ਅਸੀਂ ਕਿਉਂ ਇਸ ਤਰ੍ਹਾਂ ਦੇ ਹੋ ਗਏ ਹਾਂ ਕਿ ਕਿਸੇ ਦੀ ਤਰੱਕੀ, ਕਿਸੇ ਦੀ ਇੱਜ਼ਤ ਵੱਧਦੀ ਵੇਖ ਕਿਉਂ ਨਹੀਂ ਸਕਦੇ? ਇਹ ਮੇਰਾ ਸਵਾਲ ਹੈ ਔਰ ਇਹਦਾ ਜਵਾਬ ਤੁਸੀਂ ਹਸਦ ਦੇ ਨਾਲ ਹਮੇਸ਼ਾ ਨੁਕਸਾਨ ਹੁੰਦਾ ਜੇ, ਇੱਜ਼ਤ ਦਾ ਵੀ, ਸ਼ੋਹਰਤ ਦਾ ਵੀ ਔਰ ਪੈਸੇ ਦਾ ਜ਼ਿਆ ਵੀ ਹੁੰਦਾ ਜੇ। ਦੋਵਾਂ ਪਾਰਟੀਆਂ ਦੇ ਨੁਕਸਾਨ ਹੁੰਦੇ ਜੇ ਹਸਦ ਕਰਨ ਨਾਲ। ਔਰ ਤੀਸਰੀ ਗੱਲ ਇਹ ਕਿ ਉਹ ਅੱਲਾ ਦੀ ਨਜ਼ਰਾਂ 'ਚ ਵੀ ਬੰਦਾ ਗਿਰ ਜਾਂਦਾ ਜੇ। ਬਿਸਮਿल्लाह रहमान रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ, ਆਮੀਨ ਸੁਮਾ ਆਮੀਨ। ਦੋਸਤੋ ਅੱਜ ਮੈਂ ਜਿਹੜੀ ਤੁਹਾਡੇ ਨਾਲ ਗੁਫ਼ਤਗੂ ਸ਼ੇਅਰ ਕਰਨੀ ਚਾਹ ਰਿਹਾ, ਉਹ ਸ਼ੇਅਰ ਕਰਨ ਦਾ ਮਕਸਦ ਇਹ ਵੇ, ਗੱਲ ਕਰਨ ਦਾ ਮਕਸਦ ਇਹ ਵੇ ਕਿ ਸਾਡੇ ਮੁਆਸ਼ਰੇ ਦੇ ਵਿੱਚ ਹਸਦ ਬੜਾ ਸਰਾਇਤ ਕਰ ਚੁੱਕਿਆ। ਹਸਦ ਦੀ ਵਜ੍ਹਾ ਤੋਂ ਲੋਕੀ ਆਪਣਾ ਵੀ ਨੁਕਸਾਨ ਕਰਦੇ ਨੇ ਔਰ ਦੂਸਰੇ ਦਾ ਤੇ ਬਹੁਤ ਜ਼ਿਆਦਾ ਹੀ ਨੁਕਸਾਨ ਕਰ ਦਿੰਦੇ ਨੇ। ਸਾਡੇ ਚੈਨਲ ਤੇ ਨਵੇਂ ਆਉਣ ਵਾਲੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਤੁਸੀਂ ਦੇਖਿਆ ਹੋਣਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਗਾਣੇ ਦੀ ਬੜੀ ਧੂਮ ਮਚੀ ਹੋਈ ਹੈ ਔਰ ਜਿਹੜਾ ਗਾਣ ਵਾਲਾ ਉਹ ਨਾ ਸੁਰ ਨਾਲ ਗਾਉਂਦਾ ਹੈ ਤੇ ਨਾ ਸਵਾਦ ਨਾਲ ਗਾਉਂਦਾ ਹੈ, ਲੇਕਿਨ ਲੋਕਾਂ ਨੇ ਉਹਨੂੰ ਫੇਮ ਦਿੱਤਾ ਔਰ ਅੱਲਾਹ ਤਾਲਾ ਦੀ ਤਰਫੋਂ ਵੀ ਉਹਨੂੰ ਇੱਜ਼ਤ ਮਿਲੀ, ਸ਼ੋਹਰਤ ਮਿਲੀ ਔਰ ਉਹ ਦਿਨਾਂ ਦੇ ਵਿੱਚ ਮਿਲੀਅਨਸ ਵਿਊ ਲੈ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਲੇਕਿਨ ਜਿਹੜੀ ਗੱਲ ਮੈਂ ਕਰਨੀ ਚਾਹ ਰਿਹਾ ਉਹ ਇਹ ਵੇ ਔਰ ਕਿਹਦੇ ਬਾਰੇ 'ਚ ਕਰਨੀ ਚਾਹ ਰਿਹਾ, ਅੱਜ ਕੱਲ੍ਹ ਇੱਕ ਫਨਕਾਰ ਬੜਾ ਹੀ ਮਸ਼ਹੂਰ ਹੋਏ ਆ। ਲੋਕੀ ਉਹਨੂੰ ਇੰਟਰਟੇਨਮੈਂਟ ਦੀ ਨਜ਼ਰ ਦੇ ਨਾਲ ਸੁਣਦੇ ਨੇ, ਮਜ਼ਾਹੀਆ ਹਾਕਿਆਂ ਦੀ ਨਜ਼ਰ ਦੇ ਨਾਲ ਦੇਖਦੇ ਨੇ, ਮਜ਼ਾਹੀਆ ਸਮਝ ਕੇ ਉਹਨੂੰ ਸੁਣਦੇ ਨੇ ਔਰ ਇੰਜੋਏ ਕਰਦੇ ਨੇ। ਚਾਹਤ ਫਤਿਹ ਅਲੀ ਖਾਨ ਇੰਗਲੈਂਡ ਤੋਂ ਆਇਆ ਹੈ, ਪਾਕਿਸਤਾਨ ਦਾ ਸ਼ਹਿਰੀ ਹੈ ਔਰ ਗਾਲਬਨ ਸ਼ੇਖਪੁਰੇ ਦਾ ਇਲਾਕਾ ਰਾਣਾ ਫੈਮਿਲੀ ਦੇ ਨਾਲ ਉਹਦਾ ਤਲਕ ਹੈ ਔਰ ਆਪਣਾ ਉਹਨੇ ਸੰਗੀਤ ਦੀ ਦੁਨੀਆ ਦੇ ਵਿੱਚ ਨਾਂ ਚਾਹਤ ਫਤਿਹ ਅਲੀ ਖਾਨ ਰੱਖਿਆ। ਉਹਦੇ ਗਾਣੇ ਸੁਣ ਕੇ, ਉਹਦੀ ਪਰਫਾਰਮ ਦੇਖ ਕੇ ਬੇਇਖਤਿਆਰ ਹਾਸਾ ਹੁੰਦਾ ਹੈ ਔਰ ਕੋਈ ਥੋੜ੍ਹੀ ਜਿਹੀ ਅਗਰ ਪਰੇਸ਼ਾਨੀ ਹੋਵੇ ਤਾਂ ਉਹ ਵੀ ਦੂਰ ਹੋ ਜਾਂਦੀ ਹੈ। ਉਹਦੀ ਆਵਾਜ਼ ਵਿੱਚ ਕੋਈ ਸੁਰ ਨਹੀਂ ਔਰ ਨਾ ਹੀ ਉਹਦਾ ਗਾਣੇ ਗਾਣ ਵਾਲਾ ਸਟਾਈਲ ਹੈ, ਨਾ ਹੀ ਉਹਦੇ 'ਚ ਕੋਈ ਐਸੀ ਗੱਲ ਹੈ ਕਿ ਉਹਨੂੰ ਫਨਕਾਰ ਸਮਝਿਆ ਜਾਏ, ਗੁਲੂਕਾਰ ਸਮਝਿਆ ਜਾਏ। ਲੇਕਿਨ ਜਦੋਂ ਅੱਲਾਹ ਤਾਲਾ ਕਿਸੇ ਇਨਸਾਨ 'ਤੇ ਮਿਹਰਬਾਨ ਹੁੰਦਾ ਹੈ ਤੇ ਐਸੇ ਬੇਸੁਰੇ ਗਾਣੇ ਗਾਣ ਵਾਲਾ ਵੀ ਬੰਦਾ ਦੁਨੀਆ ਦੀ ਨਜ਼ਰ ਵਿੱਚ ਹੀਰੋ ਬਣ ਜਾਂਦਾ ਹੈ। ਇਹ ਦੁਨੀਆ ਕਹਿੰਦੀ ਹੈ, ਮੈਂ ਨਹੀਂ ਕਹਿੰਦਾ ਹੀਰੋ ਉਹਨਾਂ ਨੂੰ। ਮੈਂ ਤੇ ਉਹਨਾਂ ਦਾ ਜਿਹੜਾ ਗਾਣਾ ਸੁਣਿਆ ਸਿਰਫ ਇੰਜੋਏ ਕਰਨ ਵਾਸਤੇ ਸੁਣਿਆ ਔਰ ਦੇਖਿਆ ਕਿ ਕੈਸਾ ਗਾਉਂਦਾ ਹੈ ਔਰ ਆਪਣੀ ਹੱਸੀ ਨਹੀਂ ਰੋਕ ਸਕਿਆ। ਦੋਸਤੋ ਉਹਨੇ ਇੱਕ ਗਾਣਾ ਗਾਇਆ, ਉਹਦਾ ਇਹ ਗਾਣਾ ਸੁਣ ਕੇ ਮੈਨੂੰ ਵੀ ਬੇਇਖਤਿਆਰ ਹੱਸੀ ਆਈ ਔਰ ਹੱਸਣ ਦੀ ਹੱਦ ਤੱਕ ਹੀ ਸੁਣਿਆ। ਲੇਕਿਨ ਬਾਅਦ ਵਿੱਚ ਪਤਾ ਚੱਲਿਆ ਅੱਲਾਹ ਤਾਲਾ ਨੇ ਉਹਦੇ ਤੇ ਇੰਨੀ ਮਿਹਰਬਾਨੀ ਕੀਤੀ ਹੈ, 27-28 ਮਿਲੀਅਨ ਲੋਕਾਂ ਨੇ ਉਹਦਾ ਗਾਣਾ YouTube ਦੇ ਉੱਤੇ ਦੇਖਿਆ। ਇਹ ਇੱਕ ਹੈਰਾਨਕੁਨ ਗੱਲ ਸੀ ਸੁਣਨ ਵਿੱਚ ਆਈ ਔਰ ਹੈਰਾਨ ਹੋ ਗਏ ਕਿ ਜਿਸ ਬੰਦੇ ਕੋਲ ਨਾ ਸੁਰ ਨਾ ਆਵਾਜ਼ ਹੈ, ਨਾ ਹੀ ਗੁਲੂਕਾਰੇ ਦੇ ਹਿਸਾਬ ਨਾਲ ਉਹ ਗਾਣਾ ਗਾ ਸਕਦਾ ਹੈ, ਉਹਨੂੰ ਇਹਨਾਂ ਲੋਕਾਂ ਨੇ ਪਜ਼ੀਰਾਈ ਦਿੱਤੀ, ਇੰਨਾ ਸੁਣਿਆ। ਲੇਕਿਨ ਨਾਲ ਹੀ ਖਬਰ ਸੁਣੀ ਕਿ ਉਹਦਾ ਗਾਣਾ YouTube ਨੇ ਕਾਪੀਰਾਈਟ ਦੇ ਇਸ਼ੂ ਦੇ ਉੱਤੇ ਡਿਲੀਟ ਕਰ ਦਿੱਤਾ। ਇਹ ਸੁਣ ਕੇ ਮਜ਼ੀਦ ਦੁੱਖ ਇਸ ਵਜ੍ਹਾ ਤੋਂ ਹੋਇਆ ਕਿ ਐਸਾ ਕਿਹੜਾ ਉਹ ਕੰਮ ਸੀ ਉਹਨੇ ਕੀਤਾ ਵਿੱਚ ਕਿ ਜਿਹੜਾ ਕਾਪੀਰਾਈਟ ਦਾ ਇਸ਼ੂ ਪੈਦਾ ਹੋ ਗਿਆ। ਮੁਮਕਿਨ ਹੈ
ਸੁਣਨ ਵਿੱਚ ਇਹ ਵੀ ਆਇਆ ਕਿ ਜਿਹੜੀ ਉਹਦੇ ਨਾਲ ਫਨਕਾਰਾ ਸੀ ਜਿਹਨੇ ਫਿਲਮਾਇਆ ਸੀ ਗਾਣਾ, ਉਹ ਉਹਦੇ ਨਾਲ ਨਾਰਾਜ਼ਗੀ ਦਾ ਇਜ਼ਹਾਰ ਕਰ ਚੁੱਕੀ ਸੀ ਔਰ ਉਸਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਪਛਤਾਵੇ ਦਾ ਵੀ ਇਜ਼ਹਾਰ ਕੀਤਾ ਕਿ ਮੈਨੂੰ ਇਹ ਗਾਣਾ ਗਾ ਕੇ ਇਹਦੇ ਨਾਲ ਪਰਫਾਰਮ ਕਰਕੇ ਪਛਤਾਵਾ ਹੋ ਰਿਹਾ ਔਰ ਨਾਲ ਹੋਰ ਵੀ ਉਹਨੇ ਕਈ ਗੱਲਾਂ ਕੀਤੀਆਂ। ਲੇਕਿਨ ਉਹਦਾ ਜਦੋਂ ਇੰਟਰਵਿਊ ਕੀਤਾ ਗਿਆ ਕਿਸੇ ਦੂਸਰੇ ਬੰਦੇ ਨੇ ਕੀਤਾ, ਚਾਹਤ ਫਤਿਹ ਅਲੀ ਖਾਨ ਦਾ, ਤੇ ਉਹਨੇ ਕੋਈ ਐਸੀ ਗੱਲ ਜਾਂ ਕੋਈ ਐਸਾ ਤਾਸਰ ਨਾ ਦਿੱਤਾ ਔਰ ਨਾ ਹੀ ਉਹਦੇ 'ਤੇ ਕੋਈ ਬਲੇਮ ਲਾਇਆ, ਨਾ ਹੀ ਉਹਦੇ 'ਤੇ ਕੋਈ ਇਲਜ਼ਾਮ ਲਾਇਆ। ਫਿਰ ਪਤਾ ਚੱਲਿਆ, ਖਬਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ 1973 ਦੇ ਵਿੱਚ ਨੂਰ ਜਹਾਂ ਨੇ ਗਾਣਾ ਗਾਇਆ ਸੀ ਤੇ ਉਸ ਵਕਤ ਜਿਹੜੀ ਸਮਝ ਲਓ ਕਿ ਪ੍ਰੋਡਕਸ਼ਨ ਕੰਪਨੀ ਸੀ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਗਾਣਾ ਰਿਲੀਜ਼ ਹੋਇਆ ਜਾਂ ਜਿਨ੍ਹਾਂ ਨੇ ਇਹ ਗਾਣਾ ਰਿਕਾਰਡ ਕੀਤਾ, ਉਹਨਾਂ ਕੋਲ ਕਾਪੀਰਾਈਟ ਦੇ ਹੱਕ ਮਹਿਫੂਜ਼ ਸੀ। ਸ਼ਾਇਦ ਉਹਨਾਂ ਨੇ ਕੀਤਾ ਕਾਪੀਰਾਈਟ ਦਾ ਇਸ਼ੂ, ਜਾਂ ਉਹਨਾਂ ਕੰਪਲੇਨ ਕੀਤੀ ਹੈ, ਜਾਂ ਸ਼ਾਇਦ ਉਸ ਮਾਡਲ ਨੇ ਕੀਤੀ ਹੈ ਜਿਹਨੇ ਗਾਣੇ ਦੇ ਵਿੱਚ ਪਰਫਾਰਮ ਕੀਤਾ। ਲੇਕਿਨ ਜਿਹਨੇ ਵੀ ਕੀਤਾ ਉਹਨੇ ਹਸਦ ਕੀਤਾ। ਹਸਦ ਅੱਲਾ ਨੂੰ ਪਸੰਦ ਨਹੀਂ ਜੇ, ਔਰ ਹਸਦ ਕਰਕੇ ਉਹਨੇ ਆਪਣੇ ਆਪ ਨੂੰ ਕਿੰਨਾ ਕੁ ਫਾਇਦਾ ਦੇ ਲਿਆ। ਲੇਕਿਨ ਹਸਦ ਕਰਕੇ ਉਹ ਫਨਕਾਰ ਜਿਹੜਾ ਮਜ਼ਾਹੀਆ ਜਿਹਨੂੰ ਲੋਕਾਂ ਨੇ ਪਸੰਦ ਕੀਤਾ 28 ਮਿਲੀਅਨ ਨੇ ਜਾਂ 27 ਮਿਲੀਅਨ ਨੇ, ਉਹਦਾ ਨੁਕਸਾਨ ਜ਼ਰੂਰ ਕਰ ਦਿੱਤਾ ਨੇ। ਦੋਸਤੋ, ਸਾਡੇ ਮੁਆਸ਼ਰੇ 'ਚ ਕੀ ਚੱਲ ਰਿਹਾ? ਅਸੀਂ ਕਿਉਂ ਇਸ ਤਰ੍ਹਾਂ ਦੇ ਹੋ ਗਏ ਹਾਂ ਕਿ ਕਿਸੇ ਦੀ ਤਰੱਕੀ, ਕਿਸੇ ਦੀ ਇੱਜ਼ਤ ਵੱਧਦੀ ਵੇਖ ਕਿਉਂ ਨਹੀਂ ਸਕਦੇ? ਇਹ ਮੇਰਾ ਸਵਾਲ ਹੈ ਔਰ ਇਹਦਾ ਜਵਾਬ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਆ ਜੇ, ਕਿਉਂਕਿ ਹਸਦ ਦੇ ਬਾਰੇ 'ਚ ਜਿਸ ਤਰ੍ਹਾਂ ਅਸਾਂ ਸੁਣਿਆ ਜਾਂ ਇਹਦਾ ਜਿਹੜਾ ਤਜਰਬਾ ਹਾਸਲ ਕੀਤਾ ਹੈ ਜਾਂ ਜੋ ਮੁਆਸ਼ਰੇ ਦੇ ਵਿੱਚ ਦੇਖਿਆ, ਹਸਦ ਦੇ ਨਾਲ ਹਮੇਸ਼ਾ ਨੁਕਸਾਨ ਹੁੰਦਾ ਜੇ, ਇੱਜ਼ਤ ਦਾ ਵੀ, ਸ਼ੋਹਰਤ ਦਾ ਵੀ ਔਰ ਪੈਸੇ ਦਾ ਜ਼ਿਆ ਵੀ ਹੁੰਦਾ ਜੇ। ਔਰ ਫਾਇਦਾ ਨਾ ਆਪਣਾ ਹੁੰਦਾ ਜੇ ਤੇ ਨਾ ਜਿਹਦਾ ਨੁਕਸਾਨ ਕਰਨੇ ਆ ਉਹਦਾ ਹੁੰਦਾ ਜੇ। ਦੋਵਾਂ ਪਾਰਟੀਆਂ ਦੇ ਨੁਕਸਾਨ ਹੁੰਦੇ ਜੇ ਹਸਦ ਕਰਨ ਨਾਲ। ਔਰ ਤੀਸਰੀ ਗੱਲ ਇਹ ਕਿ ਉਹ ਅੱਲਾ ਦੀ ਨਜ਼ਰਾਂ 'ਚ ਵੀ ਬੰਦਾ ਗਿਰ ਜਾਂਦਾ ਜੇ। ਰੱਬ ਨੂੰ ਵੀ ਉਹ ਬੰਦਾ ਪਸੰਦ ਨਹੀਂ ਜੇ ਹੁੰਦਾ ਜਿਹੜਾ ਹਸਦ ਕਰਦਾ। ਇਹਦੇ ਨਾਲ ਹੀ ਇਜਾਜ਼ਤ ਦਿਓ, ਜਿਉਂਦੇ ਰਹੋ, ਵਸਦੇ ਰਹੋ, ਦੁਆਵਾਂ 'ਚ ਯਾਦ ਰੱਖਿਆ ਜੇ ਆਪਣਾ ਤੇ ਆਪਣੇ ਘਰ ਵਾਲਿਆਂ ਦਾ ਬੜਾ ਖਿਆਲ ਰੱਖਿਆ ਜੇ ਔਰ ਹਸਦ ਦੀ ਇਸ ਲਾਹਨਤ ਤੋਂ ਬਚਦੇ ਰਿਹਾ ਜੇ। ਅੱਲਾ ਨਿਗਹਿਬਾਨ।